हाँ जी प्यारे विद्यार्थियों, पंजाबी यूनिवर्सिटी पटियाला ਦੇ ਅਧੀਨ ਪੀਏ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਿਬ ਤੁਹਾਡੀ ਕਵਿਤਾਵਾਂ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਉਸ ਦੇ 18ਵੇਂ ਕਵੀ ਅਜਮੇਰ ਰੋਡੇ ਨਾਲ ਅੱਜ ਜਾਣ ਪਛਾਣ ਕਰਾਂਗੇ। ਅਜਮੇਰ ਰੋਡੇ ਦੀ ਜ਼ਿੰਦਗੀ ਬਾਰੇ, ਉਸ ਦੀਆਂ ਰਚਨਾਵਾਂ ਬਾਰੇ, ਉਸ ਦੇ ਕਾਵਿ ਸੰਗ੍ਰਹਿਾਂ ਬਾਰੇ ਔਰ ਉਸ ਦੀਆਂ ਜੋ ਸਿਲੇਬਸ ਦੇ ਵਿੱਚ ਕਵਿਤਾਵਾਂ ਨੇ ਉਹਨਾਂ ਬਾਰੇ ਆਪਾਂ ਇਸ ਲੈਕਚਰ ਦੇ ਵਿੱਚ ਸਾਂਝ ਪਾਵਾਂਗੇ। ਤਾਂ ਅਜਮੇਰ ਰੋਡੇ, ਜਿਵੇਂ ਕਿ ਪਿੱਛੇ ਜੇ ਇੱਕ ਕਵੀ ਆਪਾਂ ਕੀਤਾ ਸੀ ਨਵਤੇਜ ਭਾਰਤੀ, ਤਾਂ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੋਨੋਂ ਭਰਾ ਨੇ ਆਪਸ ਦੇ ਵਿੱਚ। ਤਾਂ ਅਜਮੇਰ ਰੋਡੇ ਜਿਹੜਾ 1940 ਦੇ ਵਿੱਚ ਪਿੰਡ ਰੋਡੇ, ਜਿਹੜਾ ਕਿ ਅੱਜ ਕੱਲ੍ਹ ਜ਼ਿਲ੍ਹਾ ਮੋਗਾ ਦੇ ਵਿੱਚ ਸਥਿਤ ਹੈ, ਉੱਥੇ ਪੈਦਾ ਹੁੰਦਾ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ। ਤੇ ਅਜਮੇਰ ਰੋਡੇ ਲੁਧਿਆਣੇ ਦੇ ਇੰਜੀਨੀਅਰਿੰਗ ਕਾਲਜ ਤੋਂ ਆਪਣੀ ਪੜ੍ਹਾਈ ਮੁਕੰਮਲ ਕਰਦਾ। ਫਿਰ ਉੱਥੇ ਹੀ ਕੁਝ ਸਮਾਂ ਅਧਿਆਪਕ ਜਿਹੜਾ ਹੈ ਉਹ ਲੱਗਾ ਰਹਿੰਦਾ ਹੈ। ਉਸੇ ਕਾਲਜ ਦੇ ਵਿੱਚ ਹੀ ਉਹ ਅਧਿਆਪਨ ਕਾਰਜ ਵੀ ਕਰਦਾ। ਫਿਰ ਉਹਦੀ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਕੈਨੇਡਾ ਉਹਨੂੰ ਲੈ ਜਾਂਦੀ ਹੈ, ਜਿੱਥੇ ਉਹ 1966 ਦੇ ਵਿੱਚ ਯੂਨੀਵਰਸਿਟੀ ਆਫ ਵਾਟਰਲੂ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਦਾ ਹੈ। ਅਜਮੇਰ ਰੋਡੇ ਦੀ ਪਤਨੀ ਸੁਰਜੀਤ ਕਲਸੀ ਤੇ ਉਹਦਾ ਭਰਾ ਨਵਤੇਜ ਭਾਰਤੀ ਵੀ ਪੰਜਾਬੀ ਸਾਹਿਤ ਰਚਨਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਦੇਖੇ ਜਾ ਸਕਦੇ ਆ। ਅਜਮੇਰ ਰੋਡੇ ਦੀ ਜਿਹੜੀ ਸ਼ਖਸੀਅਤ ਹੈ ਉਹ ਬਹੁਪੱਖੀ ਸ਼ਖਸੀਅਤ ਹੈ। ਉਹਨੇ ਕਵਿਤਾ ਦੇ ਨਾਲ ਨਾਲ ਪੰਜਾਬੀ 'ਚ ਸਾਹਿਤ ਰਚਨਾ ਜਿਹੜੀ ਹੈ ਉਹ ਕੀਤੀ ਹੈ। ਕਵਿਤਾ ਦੇ ਨਾਲ ਨਾਲ ਉਹ ਜਿਹੜਾ ਵਾਰਤਕ ਔਰ ਇਕਾਂਗੀ ਦੇ ਵਿੱਚ ਵੀ ਆਪਣਾ ਹੱਥ ਅਜ਼ਮਾਉਂਦਾ ਰਿਹਾ। ਤੇ ਇਸ ਤੋਂ ਇਲਾਵਾ ਸੰਪਾਦਨ ਦਾ ਕਾਰਜ, ਅਨੁਵਾਦ ਦਾ ਕਾਰਜ, ਇਹਨਾਂ ਖੇਤਰਾਂ ਦੇ ਵਿੱਚ ਵੀ ਅਜਮੇਰ ਰੋਡੇ ਦਾ ਬਹੁਤ ਅੱਛਾ ਯੋਗਦਾਨ ਹੈ। ਅਜਮੇਰ ਰੋਡੇ ਬਦਕਿਸਮਤੀ ਨਾਲ 2012 ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਜਾਂਦਾ। ਉਹਨੇ ਪੰਜਾਬੀ ਸਾਹਿਤ ਨੂੰ ਜੋ ਕਾਵਿ ਸੰਗ੍ਰਹਿ ਦਿੱਤੇ ਨੇ ਉਹਨਾਂ ਦੇ ਵਿੱਚ ਪ੍ਰਸਿੱਧ ਹੈ ਸੁਰਤੀ, ਸ਼ੁਭ ਚਿੰਤਨ ਅਤੇ ਲੀਲਾ। ਜਿਹੜਾ ਲੀਲਾ ਕਾਵਿ ਸੰਗ੍ਰਹਿ ਹੈ ਉਹ ਦੋਨੋਂ ਭਰਾ ਇਕੱਠੇ ਸੰਪਾਦਿਤ ਕਰਦੇ ਨੇ, ਇਕੱਠੇ ਲਿਖਦੇ ਨੇ। ਦੋਨਾਂ ਦੀ ਸਾਂਝੀ ਕਵਿਤਾ ਜਿਹੜੀ ਹੈ ਇਸ ਕਾਵਿ ਸੰਗ੍ਰਹਿ ਦੇ ਵਿੱਚ ਸਾਨੂੰ ਮਿਲਦੀ ਹੈ। ਇੱਕ ਬਹੁਤ ਵੱਡਾ ਮਤਲਬ ਕਾਵਿ ਸੰਗ੍ਰਹਿ ਹੈ ਲੀਲਾ। ਸੋ ਪ੍ਰੋਫੈਸਰ ਜਸਵਿੰਦਰ ਸੈਣੀ ਤੇ ਪ੍ਰੋਫੈਸਰ ਯੋਗਰਾਜ, ਜੋ ਇਸ ਪੁਸਤਕ ਦੇ ਆਧੁਨਿਕ ਪੰਜਾਬੀ ਕਵਿਤਾ ਜੋ ਤੁਹਾਡੇ ਸਿਲੇਬਸ ਦੀ ਪੁਸਤਕ ਹੈ ਉਹਦੇ ਜੋ ਸੰਪਾਦਕ ਨੇ, ਉਹ ਕਹਿੰਦੇ ਨੇ ਕਿ ਅਜਮੇਰ ਰੋਡੇ ਦੀ ਕਵਿਤਾ ਬਹੁਤ ਹੀ ਸਹਿਜ ਤੇ ਸੰਚਾਰਮਈ ਹੈ। ਉਹ ਆਪਣੀਆਂ ਨਜ਼ਮਾਂ ਨੂੰ ਆਮ ਲੋਕਾਈ ਦੀ ਸਮਝ ਗੋਚਰਾ ਬਣਾਉਣ ਲਈ ਬਹੁਤ ਮਿਹਨਤ ਕਰਦਾ ਹੈ। ਉਸ ਦੀ ਕਵਿਤਾ ਸਥਾਨਕਤਾ ਤੋਂ ਪਾਰ ਮਨੁੱਖ ਦੇ ਸਮਾਨ ਸਰੋਕਾਰਾਂ ਨਾਲ ਸੰਬੰਧਿਤ ਹੈ। ਉਸ ਦੀ ਕਵਿਤਾ ਪ੍ਰਵਾਸੀ ਅਨੁਭਵ ਨੂੰ ਇੱਕ ਤਾਰਕਿਕ ਗੁਲਾਈ ਤੇ ਤਰਕਸ਼ੀਲ ਭਾਵ ਮੰਡਲ ਵਿੱਚ ਪੇਸ਼ ਕਰਦੀ ਹੈ। ਸੋ ਅਜਮੇਰ ਰੋਡੇ ਦੀਆਂ ਕਵਿਤਾਵਾਂ ਦੇ ਵਿੱਚ ਜਦੋਂ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਬੈਰੀ ਦੇ ਖੇਤ। ਸਟ੍ਰਾਬੈਰੀ ਤੁਸੀਂ ਸੁਣਿਆ ਹੋਣਾ, ਬੈਰੀ ਦੇ ਖੇਤ। ਬਾਹਰ, ਕਿਉਂਕਿ ਅਜਮੇਰ ਰੋਡੇ ਬਾਹਰ ਕੈਨੇਡਾ ਦੇ ਵਿੱਚ ਰਹਿੰਦੇ ਰਹੇ ਹੈ, ਔਰ ਉੱਥੋਂ ਦੀ ਜਿਹੜੀ ਆਬੋ ਹਵਾ ਹੈ ਜਾਂ ਉੱਥੋਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੈ, ਉੱਥੋਂ ਦਾ ਜਿਹੜਾ ਆਲਾ ਦੁਆਲਾ ਹੈ, ਜਿਸ ਏਰੀਏ ਦੇ ਵਿੱਚ ਕੋਈ ਕਵੀ ਜਾਂ ਸਾਹਿਤਕਾਰ ਰਹਿੰਦਾ, ਉਸ ਇਲਾਕੇ ਦੀਆਂ, ਉਸ ਜਿਹੜੀਆਂ ਉੱਥੋਂ ਦੇ ਸੱਭਿਆਚਾਰ ਦੀਆਂ, ਉੱਥੋਂ ਦੇ ਕਲਚਰ ਦੀਆਂ, ਉੱਥੋਂ ਦੀ ਬੋਲੀ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹਦੀਆਂ ਰਚਨਾਵਾਂ ਦੇ ਵਿੱਚ ਮਿਲ ਜਾਂਦੀਆਂ ਨੇ। ਤਾਂ ਇਵੇਂ ਬੈਰੀ ਦੇ ਖੇਤ ਕਵਿਤਾ ਦੇ ਵਿੱਚ ਵੀ ਅਜਮੇਰ ਰੋਡੇ ਇਸ ਤਰ੍ਹਾਂ ਦੀਆਂ ਸਥਾਨਕ ਕੁਝ ਗੱਲਾਂ ਵੀ ਜਿਹੜੀ ਹੈ ਆਪਣੀ ਕਵਿਤਾ ਵਿੱਚ ਕਰਦਾ ਦੇਖਿਆ ਜਾ ਸਕਦਾ ਹੈ। ਕੀ ਲਿਖਦਾ ਹੈ ਅਜਮੇਰ ਰੋਡੇ ਬੈਰੀ ਦੇ ਖੇਤ ਕਵਿਤਾ ਦੇ ਵਿੱਚ? ਬੈਰੀ ਤੋੜ ਦੀਏ ਮੇਰੀਏ ਕਮਲੀਏ ਰਮਲੀਏ ਭੈਣੇ, ਇਹ ਬੇਰੀ ਨਹੀਂ ਬੈਰੀ ਹੁੰਦੀ ਹੈ। ਬੇਰੀ ਤੋੜ ਦੀਏ ਮੇਰੀਏ ਕਮਲੀਏ ਰਮਲੀਏ ਭੈਣੇ, ਇਹ ਬੇਰੀ ਨਹੀਂ ਬੈਰੀ ਹੁੰਦੀ ਹੈ। ਮੇਰੀ ਕ੍ਰਿਸਮਸ ਬੋਲਦੀ ਏ ਭੈਣੇ, ਕਮਲੀਏ ਰਮਲੀਏ ਭੈਣੇ, ਇਹ ਮੇਰੀ ਨਹੀਂ ਮੈਰੀ ਕ੍ਰਿਸਮਸ ਹੁੰਦੀ ਹੈ। ਮਤਲਬ ਕੀ ਹੈ ਕਿ ਸਾਡੇ ਜਿਹੜੇ ਇੱਥੋਂ ਦੇ ਲੋਕ ਬਾਹਰ ਕੈਨੇਡਾ ਦੇ ਵਿੱਚ ਜਾਂਦੇ ਨੇ ਜਾਂ ਹੋਰ ਵਿਦੇਸ਼ਾਂ ਵਿੱਚ ਜਾਂਦੇ ਨੇ, ਉੱਥੇ ਉਹ ਬੈਰੀ ਦੇ ਖੇਤਾਂ ਵਿੱਚ ਫਲ ਤੋੜਨ ਦਾ ਕੰਮ ਵੀ ਕਰਦੇ ਨੇ।
ਤੇ ਉਹ ਬੈਰੀ ਨੂੰ ਬੇਰੀ ਕਰਕੇ ਸੰਬੋਧਨ ਕਰਦੇ ਨੇ, ਕਿਉਂਕਿ ਬੇਰੀਆਂ ਸਾਡੇ ਹੁੰਦੀਆਂ ਨੇ ਹਿੰਦੁਸਤਾਨ ਦੇ ਵਿੱਚ, ਉੱਥੇ ਉਹ ਬੈਰੀ ਹੁੰਦੀ ਹੈ। ਤਾਂ ਉਹਨਾਂ ਨੂੰ ਸਮਝਾਉਂਦਾ ਹੋਇਆ ਕਵੀ ਜਿਹੜਾ ਅਜਮੇਰ ਰੋਡੇ ਕਹਿੰਦਾ ਹੈ ਕਿ ਬੈਰੀ ਤੋੜ ਦੀਏ, ਬੇਰੀ ਤੋੜ ਦੀਏ ਮੇਰੀਏ ਕਮਲੀਏ ਰਮਲੀਏ ਭੈਣੇ, ਇਹ ਬੇਰੀ ਨਹੀਂ ਬੈਰੀ ਹੁੰਦੀ ਹੈ। ਮੇਰੀ ਕ੍ਰਿਸਮਸ ਬੋਲ ਦੀਏ ਭੈਣੇ, ਕਮਲੀਏ ਰਮਲੀਏ ਭੈਣੇ, ਇਹ ਮੇਰੀ ਨਹੀਂ ਮੈਰੀ ਕ੍ਰਿਸਮਸ ਹੁੰਦੀ ਹੈ। ਤਾਂ ਇਹ ਕਾਵਿ ਟੋਟਾ, ਜਿਵੇਂ ਕਿ ਤੁਸੀਂ ਜਾਣ ਗਏ ਹੋਗੇ ਕਿ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਜੋ ਅਜਮੇਰ ਰੋਡੇ ਦੀ ਕਵਿਤਾ ਹੈ ਬੈਰੀ ਦੇ ਖੇਤ, ਉਹਦੇ ਵਿੱਚੋਂ ਲਿਆ ਗਿਆ ਹੈ। ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਪ੍ਰਵਾਸ ਦੀ ਪੀੜ ਨੂੰ ਪੇਸ਼ ਕੀਤਾ ਹੈ, ਔਰ ਮੇਜ਼ਬਾਨ ਧਰਤੀ 'ਚ ਬੰਦੇ ਦੀ ਮਜਬੂਰੀ ਤੇ ਮੂਲ ਵਾਸਦੇਵ ਚੇਤਨੀ ਧਰਾਤਲ ਦੇ ਸੱਚ ਨੂੰ ਇਸ ਕਵਿਤਾ ਦੇ ਰਾਹੀਂ ਤੁਲਨਾਤਮਕ ਨਜ਼ਰੀਏ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਵੱਡੇ ਮੁਲਕਾਂ ਦੇ ਵਿੱਚ ਜਾ ਕੇ ਵੀ ਆਪਣੀ ਸਥਾਨਕਤਾ ਜਿਹੜੀ ਹੈ ਉਹ ਨਹੀਂ ਛੱਡਦੇ। ਤਾਂ ਕਵੀ ਇਸੇ ਤਰ੍ਹਾਂ ਬੇਰੀ ਤੋੜ ਦੀ ਕਿਸੇ ਭਾਰਤੀ ਔਰਤ ਨੂੰ ਜਿਹੜਾ ਹੈ ਕਮਲੀ ਰਮਲੀ ਆਖਦਾ, ਕਹਿੰਦਾ ਕਿ ਬੇਰੀ ਨਹੀਂ ਇਹ ਬੈਰੀ ਹੁੰਦੀ ਹੈ, ਇਹ ਮੇਰੀ ਕ੍ਰਿਸਮਸ ਨਹੀਂ ਹੁੰਦੀ, ਇਹ ਮੈਰੀ ਕ੍ਰਿਸਮਸ ਹੁੰਦੀ ਹੈ, ਮੈਰੀ ਕ੍ਰਿਸਮਸ। ਫਿਰ ਉਹ ਅੱਗੇ ਕੀ ਲਿਖਦਾ, ਮੇਰਿਆ ਪੜ੍ਹਿਆ ਲਿਖਿਆ ਵੀਰਾ, ਮੇਰਿਆ ਪੜ੍ਹਿਆ ਲਿਖਿਆ ਅਨਪੜ੍ਹ ਜਿਹੇ ਵੀਰਾ, ਬੇਰੀ ਹੋ ਜਾਂ ਬੈਰੀ ਇਹ ਤਾਂ ਟੁੱਟਦੀ ਟੁੱਟ ਜਾਂਦੀ ਹੈ, ਬੋਲੀ ਦਾ ਮੋਹ ਇੰਨਾ ਸੌਖਾ ਕਦ ਟੁੱਟਦਾ ਹੈ। ਕਿੰਨਾ ਖੂਬਸੂਰਤ ਜਵਾਬ ਹੈ। ਉਹ ਮੇਰਿਆ ਪੜ੍ਹਿਆ ਲਿਖਿਆ ਅਨਪੜ੍ਹ ਜਿਹੇ ਵੀਰਾ, ਬੇਰੀ ਹੋ ਜਾਂ ਬੈਰੀ ਇਹ ਤਾਂ ਟੁੱਟਦੀ ਟੁੱਟ ਜਾਂਦੀ ਹੈ, ਬੋਲੀ ਦਾ ਮੋਹ ਇੰਨਾ ਸੌਖਾ ਕਦ ਟੁੱਟਦਾ ਹੈ। ਤਾਂ ਕਵੀ ਜਿਹੜਾ ਹੈ ਉਹ ਆਪਣੇ ਜਿਹੜਾ ਅੰਗਰੇਜ਼ੀ ਸ਼ਬਦਾਂ ਦੇ ਦੇਸੀ ਉਚਾਰਨ ਦੀ ਗੱਲ ਕਰਦਾ ਹੈ। ਤਾਂ ਅੱਗੇ ਉਹ ਕੀ ਲਿਖਦਾ ਹੈ ਕਿ ਜਿਹੜਾ ਉਹਨੂੰ ਜਵਾਬ ਦੇਣ ਵਾਲਾ ਹੈ ਉਹ ਕਹਿੰਦਾ ਹੈ, ਮੇਰਾ ਪੜ੍ਹਿਆ ਲਿਖਿਆ ਅਨਪੜ੍ਹ ਜੇ ਵੀਰਾ, ਬੇਰੀ ਹੋ ਜਾਂ ਬੈਰੀ ਇਹ ਤਾਂ ਟੁੱਟਦੀ ਟੁੱਟ ਜਾਂਦੀ ਹੈ, ਬੋਲੀ ਦਾ ਮੋਹ ਇੰਨਾ ਸੌਖਾ ਕਦ ਟੁੱਟਦਾ ਹੈ। ਤਾਂ ਉਹ ਔਰਤ ਜਿਹੜੀ ਉਸ ਨੂੰ ਬੜਾ ਖੂਬਸੂਰਤ ਜਵਾਬ ਜਿਹੜਾ ਉਹ ਦਿੰਦੀ ਹੈ ਕਿ ਜਿਹੜਾ ਸਾਡਾ ਜੰਮਣ ਭੋਏ ਦਾ ਮੋਹ ਹੈ ਉਹ ਟੁੱਟ ਨਹੀਂ ਸਕਦਾ। ਜਿਹੜੀ ਸਾਡੀ ਮਾਤਰ ਭਾਸ਼ਾ ਹੈ ਜਾਂ ਸਾਡੀ ਜਿਹੜੀ ਮਾਂ ਬੋਲੀ ਹੈ ਉਹਨੂੰ, ਉਸ ਤੋਂ ਅਸੀਂ ਵੱਖ ਨਹੀਂ ਹੋ ਸਕਦੇ। ਇਹਦੀ ਸਥਾਨਕ ਰੰਗਣ ਜਿਹੜੀ ਹੈ, ਅਸੀਂ ਕਿਤੇ ਵੀ ਚਲੇ ਜਾਈਏ ਉਹ ਸਾਨੂੰ ਨਸੀਬ ਹੁੰਦੀ ਰਹਿਣੀ ਹੈ, ਸਾਡੇ ਮੂੰਹੋਂ ਨਿਕਲਦੀ ਰਹਿਣੀ ਹੈ। ਇਹ ਸੀ ਬੜੀ ਛੋਟੀ ਜੀ ਤੇ ਬੜੀ ਪਿਆਰੀ ਜੀ ਕਵਿਤਾ ਬੈਰੀ ਦੇ ਖੇਤ। ਇਸ ਤੋਂ ਬਾਅਦ ਦੂਜੀ ਕਵਿਤਾ ਹੈ ਪਹਿਲੀ ਵਤਨ ਫੇਰੀ। ਪਹਿਲੀ ਵਤਨ ਫੇਰੀ। ਜਦੋਂ ਮੈਂ ਦੋਸਤਾਂ ਨੂੰ ਜਾ ਕੇ ਕਿਹਾ ਵਾਪਸ ਆ ਗਿਆ ਹਾਂ, ਜਦੋਂ ਮੈਂ ਦੋਸਤਾਂ ਨੂੰ ਜਾ ਕੇ ਕਿਹਾ ਵਾਪਸ ਆ ਗਿਆ ਹਾਂ, ਉਹ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖਣ ਲੱਗ ਪਏ। ਉਹ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਕਿਹਾ ਉਸ ਦੇਸ਼ 'ਚ ਬਰਫ਼ ਬਹੁਤ ਪੈਂਦੀ ਹੈ, ਘਰਾਂ ਤੇ ਬਰਫ਼, ਸਿਰਾਂ ਤੇ ਬਰਫ਼, ਰੂਹਾਂ ਤੇ ਬਰਫ਼, ਰਿਸ਼ਤੇ ਬਰਫ਼ ਬਰਫ਼, ਚਾਹ ਵੀ ਬਰਫ਼ ਦੇ ਪਿਆਲੇ ਵਿੱਚ। ਉੱਥੇ ਅੱਗ 'ਚੋਂ ਵੀ ਬਰਫ਼ ਦਾ ਭੁਲੇਖਾ ਪੈਂਦਾ ਹੈ। ਮੈਂ ਉੱਥੇ ਬਰਫ਼ 'ਚ ਖੜੇ ਰੁੱਖ ਵਾਂਗ ਰਹਿੰਦਾ ਹਾਂ। ਇਹ ਕਵਿਤਾ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ 'ਚ ਜਿਹੜੀ ਦਰਜ ਅਜਮੇਰ ਰੋਡੇ ਦੀ ਕਵਿਤਾ ਹੈ ਪਹਿਲੀ ਵਤਨ ਫੇਰੀ, ਉਹਦੇ ਵਿੱਚੋਂ ਇਹ ਸਤਰਾਂ ਜਿਹੜੀਆਂ ਆਪਾਂ ਪੜ੍ਹ ਰਹੇ ਹਾਂ। ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਪ੍ਰਵਾਸੀ ਬੰਦੇ ਦੀ ਪੀੜ ਨੂੰ ਆਵਾਜ਼ ਦਿੱਤੀ ਹੈ ਕਿ ਇਸ ਵਿੱਚ ਮੂਲ ਵਾਸ ਲਈ ਫਿਕਰ ਤੇ ਚਿੰਤਾ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਅਜਮੇਰ ਰੋਡੇ ਕੀ ਕਹਿੰਦਾ ਹੈ ਕਿ ਜਦੋਂ ਉਸਨੇ ਪਹਿਲੀ ਵਾਰ ਵਤਨ ਜਾ ਕੇ ਦੋਸਤਾਂ ਨੂੰ ਕਿਹਾ ਕਿ ਉਹ ਪ੍ਰਦੇਸ਼ ਤੋਂ ਵਾਪਸ ਆ ਗਿਆ ਹੈ ਤਾਂ ਉਹ ਹੈਰਾਨ ਹੋ ਕੇ ਉਸਦੇ ਮੂੰਹ ਵੱਲ ਦੇਖਣ ਲੱਗ ਪਏ। ਕਵੀ ਨੇ ਦੱਸਿਆ ਵੀ ਉਸ ਦੇਸ਼ ਦੇ ਵਿੱਚ ਬਰਫ਼ ਬਹੁਤ ਪੈਂਦੀ ਹੈ, ਉੱਥੇ ਤਾਂ ਘਰਾਂ ਤੇ ਸਿਰਾਂ ਤੇ ਰੂਹਾਂ ਤੇ ਵੀ ਬਰਫ਼ ਪਈ ਰਹਿੰਦੀ ਹੈ, ਉੱਥੇ ਤਾਂ ਰਿਸ਼ਤੇ ਹੀ ਬਰਫ਼ ਬਰਫ਼ ਹੋਏ ਪਏ ਹੈ। ਰਿਸ਼ਤੇ ਬਰਫ਼ ਬਰਫ਼ ਹੋਣਾ ਇੱਕ ਬਹੁਤ ਵੱਡਾ ਕਟਾਖਸ਼ ਹੈ। ਰਿਸ਼ਤੇ ਬਰਫ਼ ਬਰਫ਼ ਹੋਣਾ ਭਾਵ ਉੱਥੇ ਰਿਸ਼ਤਿਆਂ ਦੀ ਕੋਈ ਕੀਮਤ ਨਹੀਂ ਹੈ। ਰਿਸ਼ਤਿਆਂ ਦੀ ਕੀਮਤ ਕਿੱਥੇ ਹੈ? ਸਾਡੇ ਮੁਲਕ ਦੇ ਵਿੱਚ ਰਿਸ਼ਤਿਆਂ ਦੀ ਫਿਰ ਵੀ ਅਜੇ ਕੀਮਤ ਹੈਗੀ ਹੈ, ਲੇਕਿਨ ਬਾਹਰ ਦੇ ਮੁਲਕਾਂ ਦੇ ਵਿੱਚ ਨਾਲ ਦੇ ਘਰ ਦੇ ਨਾਲ ਰਹਿੰਦਾ ਕੋਈ ਵਿਅਕਤੀ ਜਿਹੜਾ ਉਸਨੂੰ ਤੁਹਾਡੇ ਦੁੱਖਦਾਰ ਨਾਲ ਕੋਈ ਮਤਲਬ ਨਹੀਂ। ਤਾਂ ਇੱਥੇ ਕਵੀ ਜਿਹੜਾ ਹੈ ਅਜਮੇਰ ਰੋਡੇ ਕਹਿਣਾ ਚਾਹੁੰਦਾ ਕਿ ਉੱਥੇ ਜਿਹੜੇ ਰਿਸ਼ਤੇ ਆ ਉਹ ਵੀ ਬਰਫ਼ ਹੋਏ ਪਏ ਆ, ਉਹਨਾਂ 'ਚ ਕੋਈ ਨਿੱਘ ਨਹੀਂ। ਉੱਥੇ ਤਾਂ ਚਾਹ ਵੀ ਬਰਫ਼ ਦੇ ਪਿਆਲੇ 'ਚ ਪਈ ਹੁੰਦੀ ਹੈ, ਉੱਥੇ ਤਾਂ ਅੱਗ 'ਚ ਵੀ ਬਰਫ਼ ਦਾ ਭੁਲੇਖਾ ਪੈਂਦਾ, ਯਾਨੀ ਰਿਸ਼ਤਿਆਂ ਦਾ ਕੋਈ ਸੇਕ ਨਹੀਂ। ਉੱਥੇ ਇਸੇ ਤਰ੍ਹਾਂ ਹੀ ਰਹਿੰਦਾ ਹੈ ਜਿਵੇਂ ਬਰਫ਼ 'ਚ ਖੜਾ ਕੋਈ ਰੁੱਖ ਹੋਵੇ। ਮੈਂ ਤਾਂ ਵੀ ਉਸ ਰੁੱਖ ਵਾਂਗ ਹੈ ਜਿਵੇਂ ਕੋਈ ਬਰਫ਼ ਦੇ ਵਿੱਚ ਕੋਈ ਰੁੱਖ ਖੜਾ ਹੋਵੇ। ਦੋਸਤਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਨਾਦਾਨ ਨਾ ਬਣ, ਇੱਥੇ ਬਰਫ਼ 'ਚ ਬਹੁਤ ਕੁਝ ਹੈ। ਮੈਂ ਸਹਿਮਤੀ 'ਚ ਸਿਰ ਹਿਲਾਇਆ ਪਰ ਚੁੱਪ ਨਾ ਹੋ ਸਕਿਆ। ਦੋਸਤ ਜਿਹੜੇ ਆ ਉਹ ਬੜਾ
ਹੋਰ ਢੰਗ ਨਾਲ ਉਹਨੂੰ ਪੇਸ਼ ਆਉਂਦੇ ਆ। ਦੋਸਤਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਨਾਦਾਨ ਨਾ ਬਣ, ਉੱਥੇ ਬਰਫ਼ 'ਚ ਬਹੁਤ ਕੁਛ ਹੈ। ਕੀ ਕੁਛ ਹੈ? ਮੈਂ ਸਹਿਮਤੀ 'ਚ ਸਿਰ ਹਿਲਾਇਆ, ਪਰ ਚੁੱਪ ਨਾ ਹੋ ਸਕਿਆ। ਉੱਥੇ ਵੜਨ ਲੱਗਿਆਂ ਉਹ ਆਪਣਾ ਖਾਨਦਾਨ ਪਰਖਦੇ ਐ। ਇਸ ਤਰ੍ਹਾਂ ਤੱਕਦੇ ਐ ਜਿਵੇਂ ਮੈਂ ਕਿਸੇ ਭੁੱਖ ਤ੍ਰੇਹ 'ਚ ਮੂਰਛਿਤ ਹੋ ਕੇ ਡਿੱਗੀ ਮਾਂ ਦਾ ਬੱਚਾ ਹੋਵਾਂ ਤੇ ਦੂਰ ਸੇਬ ਦਾ ਬਿਰਖ ਵੇਖ ਕੇ ਆ ਮੋਹਰੇ ਨੱਸ ਉੱਠਿਆ ਹੋਵਾਂ। ਮੇਰੇ ਵੱਲ ਇਸ ਤਰ੍ਹਾਂ ਵੇਖਦੇ ਹਨ ਜਿਵੇਂ ਮੈਂ ਹਵਾਈ ਜਹਾਜ਼ ਤੋਂ ਨਹੀਂ, ਕਾਮਾਗਾਟਾ ਮਾਰੂ ਤੋਂ ਚੋਰ ਭਲਾਈ ਦੇ ਕੇ ਉੱਤਰ ਆਇਆ ਹੋਵਾਂ। ਤਾਂ ਕਵੀ ਦੱਸਦਾ ਕਿ ਉੱਥੇ ਇਸ ਤਰ੍ਹਾਂ ਹੀ ਐਕਸੈਪਟ ਨਹੀਂ ਕਰ ਲੈਂਦੇ। ਉਹ ਦੋਸਤਾਂ ਨੂੰ ਕਹਿੰਦਾ ਹੈ ਕਿ ਉਹ ਪ੍ਰਦੇਸ਼ ਤੋਂ ਇਸ ਕਰਕੇ ਵਾਪਸ ਆ ਗਿਆ ਕਿਉਂਕਿ ਉੱਥੇ ਬਰਫ਼ ਬਹੁਤ ਪੈਂਦੀ ਹੈ, ਹਰ ਇੱਕ ਚੀਜ਼ ਬਰਫ਼ ਵਰਗੀ ਹੈ। ਤਾਂ ਦੋਸਤਾਂ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਐਵੇਂ ਬੇਸਮਝ ਨਾ ਬਣੇ, ਉੱਥੇ ਬਰਫ਼ 'ਚ ਬਹੁਤ ਕੁਝ ਹੈ। ਇਹ ਸੁਣ ਕੇ ਕਵੀ ਨੇ ਸਹਿਮਤੀ 'ਚ ਸਿਰ ਤਾਂ ਹਿਲਾਤਾ, ਪਰ ਚੁੱਪ ਨਾ ਰਹਿ ਸਕਿਆ। ਕੀ ਕਹਿੰਦਾ ਹੈ? ਜਦੋਂ ਉਸ ਮੁਲਕ ਵਿੱਚ ਦਾਖਲ ਹੁੰਦੇ ਆ ਤਾਂ ਤੁਹਾਡੇ ਖਾਨਦਾਨੀ ਪਿਛੋਕੜ ਦੀ ਪਰਖ ਕੀਤੀ ਜਾਂਦੀ ਹੈ ਕਿ ਤੁਸੀਂ ਆਏ ਕਿੱਥੋਂ ਹੈ। ਉਹ ਤੁਹਾਨੂੰ ਪਸੰਦ ਨਹੀਂ ਕਰਦੇ, ਉਹ ਤੁਹਾਨੂੰ ਕਾਲੇ ਲੋਕ ਸਮਝਦੇ ਆ। ਉਹ ਤੁਹਾਡੇ ਵੱਲ ਇਸ ਤਰ੍ਹਾਂ ਦੇਖਦੇ ਜਿਵੇਂ ਉਹ ਭੁੱਖ ਤ੍ਰੇਹ ਨਾਲ ਬੇਹੋਸ਼ ਹੋ ਕੇ ਡਿੱਗੀ ਕਿਸੇ ਮਾਂ ਦਾ ਬੱਚਾ ਹੋਵੇ ਤੇ ਸੇਬ ਦੇ ਬੂਟੇ ਨੂੰ ਦੇਖ ਕੇ ਆਪ ਮੁਹਾਰਾ ਉੱਠ ਕੇ ਨੱਸ ਆਇਆ ਹੋਵੇ। ਉਹ ਇਸ ਵੱਲ ਇਸ ਤਰ੍ਹਾਂ ਦੇਖਦੇ ਆ ਜਿਵੇਂ ਉਹ ਹਵਾਈ ਜਹਾਜ਼ ਚੋਂ ਨਹੀਂ, ਕੋਈ ਕਾਮਾਗਾਟਾ ਮਾਰੂ ਤੋਂ ਚੋਰਾਂ ਵਾਂਗ ਧੋਖਾ ਨਾਲ ਇਸ ਮੁਲਕ ਦੇ ਵਿੱਚ ਉਤਰ ਆਇਆ ਹੋਵੇ। ਲੰਡਨ ਵਿੱਚ ਜਦ ਅੱਬੜ ਵਾਹੇ ਉੱਠ ਕੇ ਉਹ ਖੁਸ਼ੀ ਸ਼ਹਾਨੀਅਤ ਦਾ ਮਾਤਮ ਕਰਦੇ ਹਨ, ਲੰਡਨ ਵਿੱਚ ਜਦੋਂ ਅੱਬੜ ਵਾਹੇ ਉੱਠ ਕੇ ਉਹ ਖੁਸ਼ੀ ਸ਼ਹਾਨੀਅਤ ਦਾ ਮਾਤਮ ਕਰਦੇ ਹਨ ਤਾਂ ਮੈਨੂੰ ਫੇਰ ਗੁਲਾਮਾਂ ਦੀ ਕਤਾਰ ਵਿੱਚ ਖੜਾ ਕਰ ਲੈਂਦੇ ਹਨ। ਖੁਸ਼ ਹੋ ਜਾਂਦੇ ਹਨ, ਦੁੱਖ ਭੁੱਲ ਜਾਂਦੇ ਹਨ, ਬਾਈਬਲ ਖੋਲ ਕੇ ਨਵੇਂ ਸਿਰਿਓਂ ਜਾਤ ਪਾਤ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਨੇ। ਬਾਈਬਲ ਖੋਲ ਕੇ ਨਵੇਂ ਸਿਰਿਓਂ ਜਾਤ ਪਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਨ ਤੇ ਮੈਨੂੰ ਆਪਣੇ ਆਪ ਹੀ ਸ਼ੂਦਰਾਂ ਦੀ ਸ਼੍ਰੇਣੀ ਵਿੱਚ ਖੜਾ ਕਰ ਲੈਂਦੇ ਹਨ। ਬਾਈਬਲ ਚੋਂ ਵਾਕ ਲੈਂਦੇ ਹਨ ਤੇ ਮੁਸਕਰਾਉਂਦੇ ਹਨ। ਈਸਾ ਤੋਂ ਮੇਰੇ ਪਾਪ ਬਖਸ਼ਾਉਣ ਦਾ ਭਰੋਸਾ ਦਿਵਾਉਂਦੇ ਹਨ। ਯਾਨੀ ਉਹ ਮੇਰੇ ਧਰਮ ਕਰਮ ਨਾਲੋਂ ਵੀ ਤੋੜਨ ਦੀ ਕੋਸ਼ਿਸ਼ ਕਰਦੇ ਆ। ਉਹ ਕਹਿੰਦਾ ਹੈ ਕਿ ਲੰਡਨ ਦੇ ਲੋਕ ਜਦੋਂ ਅੱਬੜਵਾਏ ਉੱਠ ਕੇ ਆਪਣੀ ਦੁਨੀਆ ਉੱਤੋਂ ਖੁਸ਼ੀ ਬਾਦਸ਼ਾਹਤ ਦਾ ਮਾਤਮ ਕਰਦੇ ਆ ਤਾਂ ਉਹ ਉਸ ਨੂੰ ਮੁੜ ਗੁਲਾਮਾਂ ਦੀ ਕਤਾਰ 'ਚ ਖੜਾ ਕਰ ਲੈਂਦੇ ਆ ਤੇ ਖੁਸ਼ ਹੁੰਦੇ ਆ ਤੇ ਆਪਣੇ ਦੁੱਖ ਭੁੱਲ ਜਾਂਦੇ ਆ। ਇਸ ਤਰ੍ਹਾਂ ਬਾਈਬਲ ਖੋਲ ਕੇ ਨਵੇਂ ਸਿਰਿਓਂ, ਬਾਈਬਲ ਕੀ ਹੈ? ਈਸਾਈਆਂ ਦਾ ਇੱਕ ਗ੍ਰੰਥ। ਬਾਈਬਲ ਖੋਲ ਕੇ ਉਹ ਨਵੇਂ ਸਿਰਿਓਂ ਮੁੜ ਜਾਤ ਪਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ। ਜਿਹੜੀ ਜਾਤ ਪਾਤ ਤੋਂ ਮੈਂ ਇੱਥੋਂ ਭੱਜ ਕੇ ਗਿਆ ਹਿੰਦੁਸਤਾਨ 'ਚ, ਉਹ ਉੱਥੇ ਵੀ ਵੱਖਰੀ ਤਰ੍ਹਾਂ ਦੀ ਇੱਕ ਕੈਟਾਗਰੀ, ਵੱਖਰੀ ਤਰ੍ਹਾਂ ਦੀਆਂ ਸ਼੍ਰੇਣੀਆਂ ਜਿਹੜੀਆਂ, ਵੱਖਰੀ ਤਰ੍ਹਾਂ ਦਾ ਅਛੂਤ ਸ਼ੂਦਰ ਦਾ ਜਿਹੜਾ ਕਨਸੈਪਟ ਹੈ ਉਹ ਪਾਲੀ ਬੈਠੇ। ਇਸ ਸਮੇਂ ਬਾਈਬਲ 'ਚੋਂ ਕੁਝ ਵਾਕ ਪੜ੍ਹਦੇ ਆ ਤੇ ਫਿਰ ਮੁਸਕਰਾਉਂਦੇ ਆ ਤੇ ਈਸਾ ਤੋਂ ਉਸਦੇ ਪਾਪ ਬਖਸ਼ਾਉਣ ਦਾ ਯਕੀਨ ਦਿਵਾਉਂਦੇ। ਉਹਨੂੰ ਪਾਪੀ ਮੰਨਦੇ ਆ, ਉਹਨਾਂ ਨੂੰ ਕੋਈ ਵਧੀਆ ਵਰਤਾਓ ਜਿਹੜਾ ਨਹੀਂ ਕਰਦੇ। ਮੈਂ ਆਪਣੇ ਗੋਡੇ ਨੰਗੇ ਕੀਤੇ, ਦੋਸਤਾਂ ਨੂੰ ਦਿਖਾਏ। ਜਦੋਂ ਅਫਰੀਕਾ ਵਿੱਚ ਆਪਣਿਆਂ ਦੀਆਂ ਪੱਗਾਂ ਲੱਥੀਆਂ ਸਨ, ਦਾੜੀਆਂ ਵਾਲ-ਵਾਲ ਹੋਈਆਂ ਸਨ, ਧੱਕੇ ਵੱਜੇ ਸਨ, ਤਾਂ ਸੁਣ ਕੇ ਮੇਰੇ ਵੀ ਪੈਰ ਉਖੜ ਗਏ, ਡਿੱਗ ਕੇ ਮੇਰੇ ਵੀ ਗੋਡੇ ਉੱਚੜ ਗਏ। ਜਦੋਂ ਤੇਲ ਦੀ ਝੀਲ 'ਚ ਉਸਾਰੇ ਕ੍ਰੀੜਾ ਭਵਨ ਵਿੱਚ ਉਹਨਾਂ ਮਸੂਰ ਤੋਂ ਜਿੱਤੀ ਦ੍ਰੋਪਦੀ ਨੂੰ ਨੰਗਾ ਕੀਤਾ ਸੀ, ਪਿੰਡੇ ਤੇ ਸ਼ਰਾਬ ਡੋਲੀ ਸੀ ਤੇ ਲੰਮੀਆਂ ਜੀਭਾਂ ਨਾਲ ਚੱਟਿਆ ਸੀ, ਤਾਂ ਮੇਰੀ ਰੂਹ ਵੀ ਘੁਰੁੰਡੀ ਗਈ ਸੀ। ਜਿਹੜਾ ਅਜਮੇਰ ਰੋਡੇ ਆਪਣੇ ਦੋਸਤਾਂ ਨੂੰ ਪ੍ਰਦੇਸ਼ 'ਚ ਆਪਣੇ ਨਾਲ ਹੁੰਦੇ ਵਿਤਕਰੇ ਭਰੇ ਤੇ ਨਿਰਾਦਰ ਭਰੇ ਸਲੂਕ ਦਾ ਵਿਸ਼ਵਾਸ ਦਿਵਾਉਣ ਲਈ ਆਪਣੇ ਗੋਡੇ ਨੰਗੇ ਕਰਕੇ ਦਿਖਾਉਂਦਾ ਹੈ ਤੇ ਕਹਿੰਦਾ ਹੈ ਕਿ ਜਦੋਂ ਅਫਰੀਕਾ 'ਚ ਸਾਡੇ ਆਪਣਿਆਂ ਨੂੰ ਆਪਣੇ ਗੋਡੇ ਨੰਗੇ ਕਰਕੇ ਦਿਖਾਉਂਦਿਆਂ ਕਿਹਾ ਕਿ ਜਦੋਂ ਅਫਰੀਕਾ 'ਚ ਆਪਣਿਆਂ ਦੀ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਸੀ, ਉੱਥੇ ਧੱਕੇ ਪਏ ਸਨ, ਤਾਂ ਉਦੋਂ ਉਸਦੇ ਪੈਰ ਉਖੜ ਗਏ ਸਨ ਤੇ ਡਿੱਗਣ ਨਾਲ ਉਹਦੇ ਗੋਡਿਆਂ ਤੋਂ ਮਾਸ ਉੱਚੜ ਗਿਆ ਸੀ। ਜਦੋਂ ਉਹਨਾਂ ਨੇ ਤੇਲ ਦੀ ਝੀਲ 'ਚ ਉਸਾਰੇ ਕ੍ਰੀੜਾ ਭਵਨ 'ਚ ਉਹਨਾਂ ਮਸੂਰ ਤੋਂ ਜਿੱਤੀ ਦ੍ਰੋਪਦੀ ਨੂੰ ਨੰਗੀ ਕਰਕੇ ਉਹਦੇ ਪਿੰਡੇ ਤੇ ਸ਼ਰਾਬ ਡੋਲੀ ਸੀ, ਉਸ ਨੂੰ ਲੰਮੀਆਂ ਜੀਭਾਂ ਨਾਲ ਚੱਟਿਆ ਸੀ, ਤਾਂ ਉਦੋਂ ਉਸਦੀ ਰੂਹ ਵੀ ਛਿੱਲੀ ਗਈ ਸੀ। ਇਹ ਸੁਣ ਕੇ ਉਹਦੇ ਦੋਸਤਾਂ ਨੇ ਕਿਹਾ, ਇੰਨਾ ਕੁਝ ਹੋਣ ਦੇ ਬਾਵਜੂਦ ਉਹ ਬਰਫ਼ ਵਾਲੇ ਦੇਸ਼ ਨੂੰ ਜਾਣ ਲਈ ਤਿਆਰ ਹਨ। ਦੋਸਤਾਂ ਦੀ ਗੱਲ ਸੁਣ ਕੇ ਕਵੀ ਸੁੰਨ ਹੋ ਜਾਂਦਾ ਹੈ। ਉਹਨੂੰ ਕੁਝ ਨਹੀਂ ਸੁਝਦਾ ਕਿ ਉਹ ਕੀ ਕਹੇ। ਉਹਦਾ ਜੀ ਕਰਦਾ ਹੈ ਕਿ ਰਵਿੰਦਰਨਾਥ ਟੈਗੋਰ ਵਾਂਗ ਕਿਸੇ ਭਗਵਾਨ ਅੱਗੇ ਸਿਰ ਝੁਕਾ ਕੇ ਅੱਖਾਂ ਬੰਦ ਕਰਕੇ ਕਹੇ, ਹੇ ਪ੍ਰਭੂ, ਮੇਰਾ ਦੇਸ਼ ਅਣਖ ਨਾਲ ਜਿਉਣਾ ਕਦੋਂ ਸਿੱਖੇਗਾ? ਕਦੋਂ ਉਹ ਸੱਚੀ ਸੁਤੰਤਰਤਾ ਵਿੱਚ ਅੱਖਾਂ ਖੋਲਣਗੇ? ਕਦੋਂ ਉਹਨਾਂ ਨੂੰ ਕਿਸੇ ਦਾ ਪਰਦੇਸੀ ਹੋਣਾ ਚੰਗਾ ਨਹੀਂ ਲੱਗੇਗਾ? ਕਦੋਂ ਉਹ ਦੁਨੀਆ ਤੇ ਸ਼ਹਿਰਾਂ ਵਿੱਚ ਹਿੱਕਾਂ ਚੌੜੀਆਂ ਕਰਕੇ ਫਿਰ ਸਕਣਗੇ? ਕਦੋਂ ਪ੍ਰਦੇਸ਼ਾਂ ਦੇ ਬੂਹਿਆਂ ਤੇ ਉਹਨਾਂ ਲਈ ਜੀ ਆਇਆਂ ਲਿਖਿਆ ਹੋਊਗਾ?
ਇਹ ਸੋਚਦਾ ਕਵੀ ਕਹਿੰਦਾ ਹੈ ਕਿ ਉਹ ਟੈਗੋਰ ਵਾਂਗ ਕਿਸੇ ਪ੍ਰਭੂ ਨੂੰ ਨਹੀਂ ਮੰਨ ਸਕਦਾ। ਅੰਤ ਵਿੱਚ ਉਹ ਬਿਨਾਂ ਕੁਝ ਬੋਲੇ ਵਾਪਸ ਪ੍ਰਦੇਸ਼ ਚਲਾ ਜਾਂਦਾ ਹੈ। ਉਸ ਦੀ ਇਹ ਵਾਪਸੀ ਕਿਸੇ ਹਵਾਈ ਜਹਾਜ਼ ਉੱਤੇ ਨਹੀਂ, ਸਗੋਂ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਜਿਵੇਂ ਕਾਮਾਗਾਟਾ ਮਾਰੂ ਜਹਾਜ਼ ਦੇ ਉੱਪਰ ਜਾ ਰਿਹਾ ਹੋਵੇ। ਇਹ ਸੀ ਦੋ ਕਵਿਤਾਵਾਂ, ਬੈਰੀ ਦੇ ਖੇਤ ਤੇ ਮੇਰੀ ਪਹਿਲੀ ਵਤਨ ਫੇਰੀ। ਪਿਆਰੇ ਵਿਦਿਆਰਥੀਓ, ਸਿਲੇਬਸ ਦੇ ਪੱਖ ਤੋਂ ਤੁਸੀਂ ਦੋਨੋਂ ਕਵਿਤਾਵਾਂ ਜਿਹੜੀਆਂ ਹੈ ਉਹ ਤਿਆਰ ਕਰ ਲੈਣੀ ਹੈ। ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਲੈਕਚਰਸ ਰਾਹੀਂ, ਆਪਣੇ ਇਸ ਵੀਡੀਓ ਲੈਕਚਰਸ ਰਾਹੀਂ ਤੁਹਾਡੇ ਸਿਲੇਬਸ ਨੂੰ ਕਰਾਉਣ ਸਮੇਂ ਤੁਹਾਡੇ ਨਾਲ ਕੁਝ ਨਾ ਕੁਝ ਜਿਹੜਾ ਇਨਸਾਫ ਕਰ ਸਕਾਂ। ਮੇਰੀ ਇਹ ਕੋਸ਼ਿਸ਼ ਹੈ, ਔਰ ਮੇਰੀ ਇਹ ਕੋਸ਼ਿਸ਼ ਦਾ ਮੁੱਲ ਤਾਂ ਹੀ ਪਏਗਾ ਜੇ ਤੁਸੀਂ ਇਹਨਾਂ ਵੀਡੀਓ ਲੈਕਚਰਸ ਨੂੰ ਸੁਣੋਗੇ। ਸੋ ਮਿਲਦੇ ਹਾਂ ਫਿਰ ਅਗਲੇ ਕਿਸੇ ਲੈਕਚਰ 'ਚ। ਤਦ ਤੱਕ ਲਈ ਰੱਬ ਰਾਖਾ।